अस्सलाम वालेकुम शानी जट वीलॉग ऑफिशियल चैनल ਦੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਬਾਦੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਮੇਰਾ ਵੀਲੌਗ ਬਰ ਵਕਤ ਤੁਹਾਡੇ ਤੱਕ ਪਹੁੰਚੇ ਤੇ ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ ਲੇਕਿਨ ਤਹਿਜ਼ੀਬ ਦੇ ਦਾਇਰੇ ਨਾਲ। ਜਨਾਬ ਅਲੀ ਅੱਜ ਦਾ ਜਿਹੜਾ ਵੀਲੌਗ ਹੈਗਾ ਉਹ ਖਾਸ KPK ਦੀ ਗੌਰਮੈਂਟ ਤੇ ਉੱਥੇ ਜਿਹੜਾ ਬਜਟ ਪੇਸ਼ ਕੀਤਾ ਜਾਣਾ ਉਹਦੇ ਬਾਰੇ 'ਚ ਹੈਗਾ। ਸੁਹੇਲ ਅਫਰੀਦੀ ਅਲੀਮਾ ਖਾਨ ਦੇ ਬਾਰੇ 'ਚ ਹੈਗਾ, ਠੀਕ ਹੈ। ਅਲੀ ਮੀਨ ਗੰਡਾਪੁਰ ਇਹਨਾਂ ਦੇ ਹਵਾਲੇ ਨਾਲ ਜਿਹੜਾ ਨਾ ਗੁਫ਼ਤਗੂ ਕਰਾਂਗੇ। ਲੇਕਿਨ ਇਸ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਖਬਰ ਦੇ ਦਿਆਂ ਕਿ ਇੰਡੀਆ ਦਾ ਇੱਕ ਜਿਹੜਾ ਨਾ ਜਹਾਜ਼ ਜੰਗੀ ਜਹਾਜ਼ ਜਿਹੜਾ ਕਿ ਜਾਂ ਮੇਰਾ ਖਿਆਲ ਹੈਲੀਕਾਪਟਰ ਸੀ ਉਹ ਵੀ ਕੋਈ ਜਾਂ ਜਹਾਜ਼ ਹੀ ਸੀ, ਨਹੀਂ ਮੇਰਾ ਖਿਆਲ ਹੈਲੀਕਾਪਟਰ ਹੈ, ਉਹ ਵੀ ਜਿਹੜਾ ਨਾ ਡਿੱਗ ਕੇ ਤਬਾਹ ਹੋ ਗਿਆ, ਠੀਕ ਹੈ। ਤੇ ਉਹਦੇ ਵਿੱਚ 5-6 ਜਿਹੜੇ ਸਨ ਜਾਂ 6-7 ਜਿਹੜੇ ਸਨ ਇੰਡੀਅਨ ਫੌਜੀ ਉਹ ਮਾਰੇ ਗਏ ਨੇ ਤੇ ਇਹਨਾਂ ਦਾ ਹੈਲੀਕਾਪਟਰ ਸੀ ਉਹ ਪ੍ਰਵਾਜ਼ ਕਰ ਰਿਹਾ ਸੀ, ਉਹ ਕੋਈ ਫਨੀ ਖਰਾਬੀ ਹੋਈ ਤੇ ਉਹ ਵੀ ਡਿੱਗ ਕੇ ਤਬਾਹ ਹੋ ਗਿਆ ਤੇ 6-7 ਜਿਹੜੇ ਸਨ ਫੌਜੀ ਉਹ ਮਾਰੇ ਗਏ ਨੇ। ਮੈਂ ਇੱਥੇ ਇਹ ਅਰਜ਼ ਕਰਾਂ ਕਿ ਪਾਕਿਸਤਾਨ ਦੇ ਵਿੱਚ ਮੁਜ਼ੱਫਰਾਬਾਦ ਦੇ ਜਦੋਂ ਪਾਕਿਸਤਾਨ ਦੇ ਜਵਾਨ ਹੈਲੀਕਾਪਟਰ ਦੇ ਵਿੱਚ ਬੈਠ ਕੇ ਤੇ ਜਾ ਰਹੇ ਸਨ ਕਿਸੇ ਜਗ੍ਹਾ ਤੇ ਉਹ ਥੋੜੀ ਪ੍ਰਵਾਜ਼ ਹੀ ਕੀਤਾ ਸੀ ਤੇ ਉਹ ਤਕਨੀਕੀ ਖਰਾਬੀ ਦੀ ਵਜ੍ਹਾ ਨਾਲ ਉਹ ਡਿੱਗ ਕੇ ਤਬਾਹ ਹੋ ਗਿਆ ਤੇ ਇੰਡੀਆ ਨੇ ਜਨਾਬ ਬੜਾ ਜਸ਼ਨ ਮਨਾਇਆ ਸੀ, ਠੀਕ ਹੈ। ਤੇ ਬੜਾ ਉਹਨਾਂ ਨੇ ਜਿਹੜਾ ਸੀ ਨਾ ਖੁਸ਼ੀ ਦਾ ਇਜ਼ਹਾਰ ਕੀਤਾ ਸੀ ਉਹਨਾਂ ਦੇ ਮੀਡੀਆ ਨੇ ਤੇ ਬੜੀ ਛੋਲੇ ਤੇ ਪਟਾਖੀਆਂ ਛੱਡੇ ਤੇ ਮਠਾਈਆਂ ਵੰਡੀਆਂ ਸਨ ਤੇ ਬਹੁਤ ਜਿਹੜਾ ਸੀ ਨਾ ਉਹਨਾਂ ਨੇ ਬਕਵਾਸਿਆਤ ਕੀਤੀਆਂ ਸਨ ਆਪਣੇ ਮੀਡੀਆ ਦੇ ਵਿੱਚ ਬੈਠ ਕੇ, ਠੀਕ ਹੈ। ਤੇ ਅੱਜ ਦੇਖ ਲਓ ਉਹਨਾਂ ਦਾ ਜਹਾਜ਼ ਵੀ ਡਿੱਗ ਗਿਆ, ਉਹਨਾਂ ਦਾ ਹੈਲੀਕਾਪਟਰ ਵੀ ਡਿੱਗ ਗਿਆ ਇੰਡੀਆ ਦਾ ਤੇ ਉਹਨਾਂ ਦੇ ਵੀ ਫੌਜੀ ਜਿਹੜੇ ਨੇ ਨਾ ਉਹ ਮਾਰੇ ਗਏ ਨੇ, ਠੀਕ ਹੈ। ਸਾਡੇ ਫੌਜੀ ਤੇ ਸ਼ਹੀਦ ਹੋ ਕੇ ਤੇ ਜੰਨਤ 'ਚ ਚਲੇ ਗਏ ਨੇ ਤੇ ਇਹਨਾਂ ਦੇ ਜਿਹੜੇ ਫੌਜੀ ਮਾਰੇ ਗਏ ਨੇ ਉਹਨਾਂ ਦਾ ਠਿਕਾਣਾ ਕੀ ਹੈ ਇਹ ਤੁਹਾਨੂੰ ਪਤਾ ਹੈ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਕਿੱਥੇ ਗਏ ਨੇ, ਸਮਝ ਆ ਰਹੀ ਹੈ। ਤੇ ਉਹ ਕਹਿੰਦੇ ਨੇ ਨਾ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸਜਣਾ ਵੀ ਮਰ ਜਾਣਾ, ਠੀਕ ਹੈ। ਤੇ ਲਿਹਾਜ਼ਾ ਇਸੇ ਕੋਲੋਂ ਕਿਹਾ ਜਾਂਦਾ ਹੈ ਇਹਨਾਂ ਦੇ ਜਦੋਂ ਵੀ ਜਹਾਜ਼ ਡਿੱਗਦੇ ਰਹੇ ਨੇ ਨਾ ਅਸੀਂ ਅਫਸੋਸ ਹੀ ਕਰਦੇ ਨੇ ਕਿ ਯਾਰ ਕਿ ਇਹਨਾਂ ਦੇ ਜਹਾਜ਼ ਡਿੱਗ ਰਹੇ ਨੇ, ਇਹਨਾਂ ਦੇ ਹੈਲੀਕਾਪਟਰ ਇਹਨਾਂ ਦੇ ਫੌਜੀ ਮਰਦੇ ਪਏ ਨੇ ਤੇ ਦੁੱਖ ਹੋ ਰਿਹਾ ਕਿ ਇਹਨਾਂ ਨੂੰ ਕੋਈ ਤਰੀਕਾ ਨਹੀਂ ਆ ਰਿਹਾ ਕੋਈ ਕਿ ਕਿਸ ਤਰ੍ਹਾਂ ਜਹਾਜ਼ ਬਣਾਉਣਾ ਹੈ, ਕਿਸ ਤਰ੍ਹਾਂ ਉਡਾਉਣਾ ਹੈ ਤੇ ਕਮ ਸੇ ਕਮ ਸਾਡੇ ਕੋਲ ਆ ਕੇ ਟ੍ਰੇਨਿੰਗ ਲੈ ਲੈਣ ਤੇ ਅਸੀਂ ਇਹਨਾਂ ਨੂੰ ਸਿਖਾ ਦਈਏ। ਅਸੀਂ ਇਹ ਕਹਿੰਦੇ ਇਹ ਮਜ਼ਾਕ ਨਹੀਂ ਉਡਾਇਆ ਕਦੀ, ਠੀਕ ਹੈ, ਦੁੱਖ ਦਾ ਇਜ਼ਹਾਰ ਕੀਤਾ, ਲੇਕਿਨ ਇਹਨਾਂ ਨੇ ਸਾਡੇ ਜਵਾਨਾਂ ਦੀ ਸ਼ਹਾਦਤ ਦਾ ਮਜ਼ਾਕ ਉਡਾਇਆ ਤੇ ਦੇਖ ਲਓ ਅੱਲਾਹ ਤਾਲਾ ਨੇ ਫਿਰ ਉਹਨਾਂ ਨੂੰ ਵੀ ਜਿਹੜਾ ਨਾ ਐਸੇ ਸਦਮੇ ਤੋਂ ਦੋ ਚਾਰ ਕਰ ਦਿੱਤਾ ਕਿ ਤੁਸੀਂ ਸ਼ਹੀਦਾਂ ਦਾ ਮਜ਼ਾਕ ਉਡਾਉਂਦੇ ਤੇ ਐਲੋ ਫਿਰ ਇੱਧਰ ਆਓ ਫਿਰ ਤੁਸੀਂ ਵੀ ਆਓ ਤੇ ਉਹਨਾਂ ਦਾ ਹੈਲੀਕਾਪਟਰ ਸਾਡੇ ਹੈਲੀਕਾਪਟਰ ਨਾਲੋਂ ਜ਼ਿਆਦਾ ਮਹਿੰਗਾ ਜੇ, ਸਮਝ ਆ ਰਹੀ ਹੈ। ਤੇ ਗੱਲ ਮਹਿੰਗੇ ਸਸਤੇ ਦੀ ਨਹੀਂ ਲੇਕਿਨ ਸਿਰਫ ਦੱਸਣੇ ਆ ਤੁਹਾਨੂੰ ਚਾਹ ਰਿਹਾ ਕਿ ਜੇ ਸਾਡਾ ਨੁਕਸਾਨ ਹੋਇਆ ਨਾ ਤੇ ਨੁਕਸਾਨ ਉਹਨਾਂ ਦਾ ਵੀ ਜਿਹੜਾ ਨਾ ਹੋਇਆ, ਲੇਕਿਨ ਉਹਨਾਂ ਦਾ ਨੁਕਸਾਨ ਜ਼ਿਆਦਾ ਹੋਇਆ ਸਾਡੇ ਮੁਕਾਬਲੇ। ਸਾਡੀ ਜਿਹੜੀ ਸ਼ਹਾਦਤਾਂ ਹੋਈਆਂ ਨੇ ਨਾ ਅਲਹਮਦੁਲਿਲਾ ਉਹ ਸਿੱਧਾ ਜੰਨਤ ਦੇ ਵਿੱਚ ਗਈਆਂ ਨੇ, ਠੀਕ ਹੈ। ਤੇ ਉਧਰ ਜਿਹੜੇ ਮਰੇ ਗਏ ਨੇ ਨਾ ਤੇ ਉਹ ਠਿਕਾਣਾ ਉਹਨਾਂ ਦਾ ਜਿਹੜਾ ਨਾ ਉਹ ਕੋਈ ਹੋਰ ਹੈ, ਇਹ ਤੁਹਾਨੂੰ ਪਤਾ ਕਿ ਉਹ ਕਿਹੜਾ ਠਿਕਾਣਾ। ਤੇ ਇਹ ਇੱਕ ਮੈਂ ਤੁਹਾਨੂੰ ਖਬਰ ਦੇਣੀ ਸੀ। ਬਾਕੀ ਤੁਸੀਂ ਆ ਜਾਓ ਹੁਣ KPK ਦੇ ਵਿੱਚ। ਜਨਾਬ ਮੰਗਲ ਆ ਰਿਹਾ ਤੇ ਮੰਗਲ ਨੂੰ ਅਲੀਮਾ ਖਾਨ ਦਾ ਸੰਗਲ ਹੁੰਦਾ ਤੇ ਉਹੀ ਆਪਣੇ ਯੂਟਿਊਬਰਸ ਤੇ ਟਿਕਟੋਕਰ ਦੇ ਨਾਲ ਉੱਥੇ ਪਹੁੰਚ ਜਾਂਦੀ, ਇਕੱਲੀ ਉੱਥੇ ਆਉਂਦੀ ਕੋਈ ਨਹੀਂ। ਮੈਂ ਤੁਹਾਨੂੰ ਅਲੀਮਾ ਖਾਨ ਦੇ ਬਾਰੇ 'ਚ ਆਹ ਦੱਸਦੀ ਹਾਂ, ਇਹ ਕਹਿੰਦੀ ਕਿ ਜੀ ਮੈਂ ਆਪਣੇ ਭਰਾ ਨਾਲ ਬੜੀ ਮੁਹੱਬਤ ਹੈ, ਮੈਂ ਆਪਣੀ ਭਰਾ ਨਾਲ ਬਹੁਤ ਜ਼ਿਆਦਾ ਪਿਆਰ ਕਰਨੀ ਹੈ, ਮੇਰਾ ਭਰਾ ਤਾਂ ਆਇਆ ਤੇ ਉਹ ਫਲਾਣਾ ਟਮਾਣਾ, ਇਹ ਤਿੰਨੇ ਹੀ ਭੈਣਾਂ ਨੌਰੀਨ ਉਜ਼ਮਾ ਤੇ ਹੈ ਅਲੀਮਾ, ਠੀਕ ਹੈ। ਮੈਂ ਸਿਰਫ ਇੱਕ ਸਵਾਲ ਪੁੱਛਾਂਗਾ, ਇਹ ਜਿਹੜੀ ਈਦ ਗੁਜ਼ਰ ਕੇ ਗਈ ਹੈ ਵੱਡੀ ਈਦ, ਇਸ ਤੋਂ ਪਹਿਲੇ ਛੋਟੀ ਈਦ, ਠੀਕ ਹੈ, ਇਹਨਾਂ ਨੇ ਆਉਣਾ ਸੀ ਈਦ ਨੂੰ ਯਾਨੀ ਕਿ ਇੱਥੇ ਅਟਿਆਲਾ ਜੇਲ੍ਹ, ਠੀਕ ਹੈ। ਮੈਨੂੰ ਤੁਸੀਂ ਇਹ ਦੱਸੋ ਪਿੱਛੇ ਕਿੰਨੀਆਂ ਈਦਾਂ ਗੁਜ਼ਰ ਕੇ ਗਈਆਂ ਨੇ, ਕਦੀ ਤੁਸੀਂ ਅਲੀਮਾ ਨੂੰ ਉਜ਼ਮਾ ਨੂੰ ਜਾਂ ਨੌਰੀਨ ਨੂੰ ਈਦ ਦੇ ਦਿਹਾੜੇ ਅਟਿਆਲਾ ਜੇਲ੍ਹ ਦੇ ਬਾਹਰ ਆਉਂਦੇ ਦੇਖਿਆ ਕਿ ਉਹ ਜੀ ਕੋਈ ਨया ਜੋੜਾ ਲੈ ਕੇ ਆਈਆਂ ਹੋਣੀਆਂ, ਸਵਈਆਂ ਲੈ ਕੇ ਆਉਣੀਆਂ, ਖਾਣਾ ਲੈ ਕੇ ਆਈ ਜਾਂ ਕਲੇਜੀਆਂ ਭੁੰਨ ਕੇ ਲੈ ਕੇ ਆਈ ਜਾਂ ਗੋਸ਼ਤ ਲੈ ਕੇ ਆਈ ਹੋਣ ਕਿ ਲੋ ਜੀ ਅਸੀਂ ਆਪਣੇ ਭਰਾ ਨੂੰ ਜਾ ਕੇ ਤੇ ਖਵਾਈਏ? ਕਦੀ ਨਹੀਂ ਤੁਸੀਂ ਦੇਖੋਗੇ, ਕਦੀ ਨਹੀਂ ਦੇਖੋਗੇ, ਠੀਕ ਹੈ। ਇੰਨੀਆਂ ਈਦਾਂ ਗੁਜ਼ਰ ਕੇ ਗਈਆਂ ਨੇ ਜਦੋਂ ਦਾ ਇਮਰਾਨ ਖਾਨ ਜੇਲ੍ਹ ਦੇ ਵਿੱਚ ਕੈਦ ਹੈਗਾ ਜੇ, ਠੀਕ ਹੈ। ਤੀਸਰਾ ਸਾਲ ਲੱਗਾ ਇਹਨੂੰ, ਅਗਸਤ ਦੇ ਵਿੱਚ ਇਹਨੂੰ 3 ਸਾਲ ਹੋ ਜਾਣੇ ਨੇ। 5 ਅਗਸਤ ਨੂੰ ਇਹ ਇਮਰਾਨ ਖਾਨ ਨੂੰ 3 ਸਾਲ ਪੂਰੇ ਹੋ ਜਾਣਗੇ, ਠੀਕ ਹੈ। ਤੇ 5 ਅਗਸਤ ਹੀ ਕਿਉਂ? ਕਿਉਂਕਿ 5 ਅਗਸਤ ਨੂੰ ਇੰਡੀਆ ਨੇ ਕਸ਼ਮੀਰ ਦੇ ਉੱਤੇ ਹਮਲਾ ਕਰਕੇ ਤੇ ਕਸ਼ਮੀਰ ਨੂੰ ਕਬਜ਼ੇ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੇ 5 ਅਗਸਤ ਹੀ ਇਮਰਾਨ ਖਾਨ ਨੂੰ ਇਬਰਤ ਦਾ ਨਿਸ਼ਾਨ ਬਣਾਇਆ ਕਿਉਂਕਿ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਸੀ ਤੇ ਪ੍ਰਾਈਮ ਮਿਨਿਸਟਰ ਹੋਣ ਦੇ ਬਾਵਜੂਦ ਕਸ਼ਮੀਰ ਆਜ਼ਾਦ ਨਹੀਂ ਕਰਾ ਸਕਿਆ।
ਕਸ਼ਮੀਰ ਦੇ ਉੱਤੇ ਇਹ ਜਿਹੜਾ ਕਬਜ਼ਾ ਉਹਨੇ ਕੀਤਾ ਤੇ ਉਹ ਖਤਮ ਨਹੀਂ ਕਰਵਾ ਸਕਿਆ ਤੇ ਲਿਆਦਾ ਉਹਨੂੰ ਇਬਰਤ ਦਾ ਨਿਸ਼ਾਨ ਬਣਾਇਆ ਕਿ ਤੇਰੀ ਮੌਜੂਦਗੀ ਦੇ ਵਿੱਚ ਅਗਲੇ ਇੰਡੀਆ ਦੇ ਉੱਤੇ ਕਬਜ਼ਾ ਕਰ ਗਏ ਤੇ ਤੂੰ ਪਾਰਲੀਮੈਂਟ ਦੇ ਵਿੱਚ ਆ ਕੇ ਇਹ ਕਹਿੰਦਾ ਰਿਹਾ ਕਿ ਮੈਂ ਕਿਆ ਕਰੂੰ, ਕਬਜ਼ਾ कर लो, जंग कर लो उनके साथ, तो मोदी मेरा फोन नहीं उठाता और जो बाइडन मुझे फोन नहीं करता। तो बस इस तरह ਦੀ ਜਿਹੜਾ ਸੀ ਨਾ ਇਹ ਬਿਆਨ ਦੇ ਛੱਡਦਾ ਸੀ ਤੇ ਕਰਦਾ ਘੜਾਦਾ ਕੁਝ ਨਹੀਂ ਸੀ। ਫਿਰ ਅਗਲਿਆਂ ਨੇ ਕਿਹਾ ਕਿ ਲੈ ਵੀ ਫਿਰ ਤੈਨੂੰ ਫਿਰ ਅਸੀਂ ਨਿਸ਼ਾਨੇ ਇਬਰਤ ਬਣਾਉਣਾ ਹੈ। ਮਕਬੂਜ਼ਾ ਕਸ਼ਮੀਰ ਦੇ ਮੁਸਲਮਾਨਾਂ ਦੇ ਖੂਨ ਦਾ ਸੌਦਾ ਕੀਤਾ ਤੇ ਜਨਾਬ ਉਹਨਾਂ ਨੇ ਕਿਹਾ ਕਿ ਜੀ ਇਹਨੇ ਸਾਨੂੰ ਵੇਚਿਆ ਤੇ ਇਹਦਾ ਅੰਜਾਮ ਵੀ ਜਿਹੜਾ ਉਹਨਾਂ ਦੀਆਂ ਬਦਦੁਆਵਾਂ ਲੱਗ ਗਈਆਂ, ਅੱਲਾ ਨੇ ਉਹਨਾਂ ਦੀਆਂ ਹਾਵਾਂ ਸੁਣ ਲਈਆਂ ਤੇ ਉਹਨੂੰ ਇਬਰਤ ਦਾ ਨਿਸ਼ਾਨ ਬਣਾਇਆ। 5 ਅਗਸਤ ਨੂੰ ਹੀ ਉਹਨੂੰ ਅਰੈਸਟ ਕੀਤਾ ਤੇ 5 ਅਗਸਤ ਨੂੰ ਹੀ ਉਹਨੂੰ ਚੁੱਕ ਕੇ ਅਡਿਆਲਾ 'ਚ ਬੰਦ ਕਰ ਦਿੱਤਾ ਤੇ 5 ਅਗਸਤ ਨੂੰ ਜਨਾਬ ਇਹਨੂੰ 3 ਸਾਲ ਹੋ ਜਾਣਗੇ ਤੇ 5 ਅਗਸਤ ਨੂੰ ਹੀ ਜਿਹੜਾ ਨਾ ਕਸ਼ਮੀਰ ਨੂੰ ਸਾਡੇ ਕੋਲੋਂ ਗਏ 7 ਸਾਲ ਹੋ ਜਾਣਗੇ। ਠੀਕ ਹੈ, ਹੁਣ ਮੈਂ ਤੁਹਾਨੂੰ ਦੱਸਣਾ ਕਿ ਅਲੀਮਾ, ਉਜ਼ਮਾ ਤੇ ਨੂਰੀਨ ਛੋਟੀ ਈਦ ਹੋਏ ਵੱਡੀ ਹੋਏ ਨਾ ਸਵਈਆਂ ਨਾ ਗੋਸ਼ਤ ਨਾ ਕੱਪੜੇ ਦਾ ਜੋੜਾ ਨਾ ਜੁੱਤੀ ਦਾ ਕੁਝ ਵੀ ਨਹੀਂ ਲੈ ਕੇ ਆਉਂਦੀਆਂ। ਆਪਣੇ ਘਰ ਬੈਠ ਕੇ ਜਸ਼ਨ ਮਨਾ ਰਹੀ ਹੁੰਦੀਆਂ ਨੇ ਤੇ ਖੁਸ਼ੀ ਕਰਦੀ ਹੁੰਦੀਆਂ ਨੇ ਤੇ ਆਪਣੇ ਬੱਚਿਆਂ ਦੇ ਨਾਲ, ਲੇਕਿਨ ਕਦੀ ਭਰਾ ਦੀ ਅਸੀਂ ਸਿਰਫ ਇੰਨਾ ਦੱਸਣਾ ਚਾਹ ਰਹੇ ਹਾਂ ਕਿ ਇਹ ਜਿਹੜਾ ਤੁਹਾਨੂੰ ਦੱਸਿਆ ਜਾਂਦਾ ਨਾ ਭਰਾ ਨਾਲ ਮੁਹੱਬਤ, ਇਹ ਸਿਰਫ ਢੋਂਗ ਹੈ, ਸਿਰਫ ਢੋਂਗ ਹੈ, ਝੂਠ ਹੈ, ਮੁਨਾਫਕਤ ਹੈ, ਕੋਈ ਚੱਕਰ ਨਹੀਂ ਹੈਗਾ, ਕੋਈ ਚੱਕਰ ਹੀ ਨਹੀਂ ਹੈਗਾ। ਸਮਝ ਆ ਰਹੀ? ਇਹ ਪਾਰਟੀ ਦੇ ਅੰਦਰ ਦੇ ਲੋਕ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ, ਇਟਸ ਨਾਟ ਮੀ, ਇਹ ਇਹਨਾਂ ਦੇ ਪਾਰਟੀ ਦੇ ਲੋਕ ਕਹਿ ਰਹੇ ਨੇ, ਜਿਹੜੇ ਅੰਦਰ ਬੈਠੇ ਨੇ ਉਹ ਕਹਿ ਰਹੇ ਨੇ ਕਿ ਅਲੀਮਾ ਦੀ ਸੋਚ ਕੀ ਹੈ, ਉਜ਼ਮਾ ਦੀ ਸੋਚ ਕੀ ਹੈ, ਨੂਰੀਨ ਦੀ ਸੋਚ ਕੀ ਹੈ। ਠੀਕ ਹੈ, ਉਹ ਇਮਰਾਨ ਨਾਲ ਕਿੰਨੀਆਂ ਕਿ ਵਫਾਦਾਰ ਹੀ ਨੇ, ਕਿੰਨੀਆਂ ਉਹਦੀਆਂ ਸੱਜਣ ਨੇ, ਇਹ ਉਹ ਕਹਿ ਰਹੇ ਨੇ ਸਾਨੂੰ ਪਤਾ ਹੈ ਤੇ ਲਿਆਦਾ ਸਾਡੇ ਕੋਲੋਂ ਮਤ ਖਰੀਦੋ ਕਿ ਇੱਕ ਅਸਲ ਦੇ ਕੀ ਇਹਨਾਂ ਦੀ ਸੋਚ ਹੈਗੀ ਹੈ। ਸਮਝ ਆ ਰਹੀ? ਉਹ ਕਹਿੰਦੇ ਨੇ ਕਿ ਭਾਈ ਇਹ ਸਿਰਫ ਯੂਥੀਆਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ, ਯੂਥੀਆਂ ਨੂੰ ਬੇਵਕੂਫ ਬਣਾਇਆ ਜਾਂਦਾ, ਹੋਰ ਕੁਝ ਨਹੀਂ। ਕਿ ਜੀ ਇਹ ਦੇਖੋ ਜੀ ਅਸੀਂ ਕਿੰਨਾ ਅਸੀਂ ਆ ਰਹੇ ਹਾਂ ਤੇ ਸਾਡੇ ਤੇ ਜ਼ੁਲਮ ਹੋ ਰਿਹਾ, ਤਸ਼ੱਦਦ ਹੋ ਰਿਹਾ, ਫਲਾਣ। ਨਾ ਜ਼ੁਲਮ ਹੁੰਦਾ ਨਾ ਤਸ਼ੱਦਦ ਹੁੰਦਾ, ਕੁਝ ਵੀ ਨਹੀਂ ਹੁੰਦਾ। ਸਿਰਫ ਇਹ ਆਉਂਦੇ ਨੇ ਆਪਣਾ ਟਾਈਮ ਪਾਸ ਕਰਨ, ਵੀਡੀਓ ਬਣਾਈ ਨਿਕਲ ਗਏ, ਹੋਰ ਕੋਈ ਚੱਕਰ ਹੀ ਨਹੀਂ ਹੈਗਾ। ਬਹਰਹਾਲ ਆਪਣੇ ਮੌਜੂ ਤੇ ਆਉਂਦੇ ਹਾਂ। ਇਹ ਤਾਂ ਸਿਰਫ ਤੁਹਾਨੂੰ ਦੱਸਣਾ ਸੀ ਨਾ ਕਿ ਭੈਣ ਭਰਾ ਦੀ ਜਿਹੜੀ ਮੁਹੱਬਤ ਹੈਗੀ ਹੈ ਉਹ ਸਿਰਫ ਦਿਖਾਵਾ ਹੈ, ਝੂਠ ਹੈ, ਹੋਰ ਕੁਝ ਨਹੀਂ ਹੈਗਾ। ਇਮਰਾਨ ਖਾਨ ਦਾ ਘਰ ਉਜਾੜਨ ਦੇ ਵਿੱਚ ਇਹਨਾਂ ਭੈਣਾਂ ਦਾ ਬੜਾ ਅਹਿਮ ਕਿਰਦਾਰ ਹੈਗਾ, ਇਹ ਸਭ ਜਾਣਦੇ ਨੇ। ਮੁਬਸ਼ਰ ਲਕਮਾਨ ਕੋਲੋਂ ਤੁਸੀਂ ਪੁੱਛ ਲਓ, ਜਿਹੜਾ ਸਹਾਫੀ ਹੈਗਾ, ਉਹ ਤੁਹਾਨੂੰ ਇੱਕ ਇੱਕ ਚੀਜ਼ ਦੱਸ ਦੇਗਾ ਕਿ ਇਮਰਾਨ ਖਾਨ ਦੇ ਅਸਲ ਦੁਸ਼ਮਣ ਕੌਣ ਨੇ ਤੇ ਅਸਲ ਸੱਜਣ ਕੌਣ ਨੇ। ਇਮਰਾਨ ਖਾਨ ਦੇ ਘਰ ਨੂੰ ਕਿੰਨੇ ਉਜਾਰਿਆ, ਕਿੰਨੇ ਤਬਾਹ ਕੀਤਾ, ਉਹ ਮੁਬਸ਼ਰ ਲਕਮਾਨ ਬਿਹਤਰ ਤੁਹਾਨੂੰ ਜਾਣ ਦੇਗਾ, ਕਿਉਂਕਿ ਉਹ ਇਹਨਾਂ ਦੀ ਰਗ ਰਗ ਨੂੰ ਜਾਣਦਾ, ਇਹਨਾਂ ਦੇ ਅੰਦਰ ਵੜਿਆ ਸੀ ਤੇ ਸਾਰੀ ਚੀਜ਼ ਨੂੰ ਦੇਖਦਾ ਸੀ। ਅੱਜ ਇਮਰਾਨ ਖਾਨ ਦੇ ਪੁੱਤਰ ਜੀ ਇਹਦੇ ਕੋਲ ਨਹੀਂ ਹੈਗੇ ਨਾ, ਇਹਦੀ ਰੀਜ਼ਨ ਵੀ ਇਹੀ ਤਿੰਨੇ ਭੈਣਾਂ ਨੇ ਕਿ ਇਹਦੇ ਬੱਚੇ ਇਹਦੇ ਕੋਲ ਨਹੀਂ ਰਹਿੰਦੇ ਪਏ। ਸਮਝ ਆ ਰਹੀ ਹੈ? ਤੇ ਨਾ ਹੀ ਉਹਨਾਂ ਨੂੰ ਪਾਕਿਸਤਾਨ ਆਉਣ ਦੇ ਰਹੀਆਂ ਨੇ, ਕਿਉਂਕਿ ਜੇ ਉਹ ਆ ਗਏ ਤਾਂ ਤੁਹਾਨੂੰ ਪਤਾ ਫਿਰ ਵਾਰਸ ਤੇ ਫਿਰ ਉਹੀ ਹੋ ਗਏ ਨੇ ਨਾ, ਜਾਇਦਾਦ ਦੇ ਵਿੱਚ। ਪਾਰਟੀ ਵੀ ਤੇ ਇਹ ਚਾਹੁੰਦੀਆਂ ਨੇ ਕਿ ਸਾਡੇ ਬੱਚੇ ਜਾਇਦਾਦ ਦੇ ਵੀ ਵਾਰਸ ਰਹਿਣ ਤੇ ਪਾਰਟੀ ਦੇ ਉੱਤੇ ਵੀ ਕਬਜ਼ਾ ਕਰਕੇ ਤੇ ਇਹ ਲੀਡਰ ਵਗੈਰਾ ਬਣ ਜਾਣ ਤੇ ਚੇਅਰਮੈਨ ਵਗੈਰਾ ਬਣ ਜਾਣ। ਇਹ ਤੁਸੀਂ ਮੁਬਸ਼ਰ ਲੁਕਮਾਨ ਸਾਹਿਬ ਜਿਹੜੇ ਸਹਾਫੀ ਨੇ, ਤੁਸੀਂ ਉਹਨਾਂ ਕੋਲੋਂ ਤਸਦੀਕ ਕਰ ਸਕਦੇ ਹੋ। ਉਹਨਾਂ ਦੇ ਮੈਂ ਬੜੇ ਇੰਟਰਵਿਊ ਦੇਖੇ ਨੇ ਤੇ ਮੈਂ ਉਹਨਾਂ ਦੇ ਇੰਟਰਵਿਊ ਦੀ ਬੁਨਿਆਦ ਤੇ ਮੈਂ ਜਿਹੜੀ ਨਾ ਇਹ ਗੱਲ ਕਰ ਰਿਹਾ, ਕਿਉਂਕਿ ਉਸ ਬੰਦੇ ਨੂੰ ਪਤਾ ਹੈ ਕਿ ਇਹਨਾਂ ਦਾ ਅਸਲ ਚਿਹਰਾ ਕੀ ਹੈ। ਹੁਣ ਅਲੀਮਾ ਖਾਨ ਕੀ ਕਹਿੰਦੀ ਹੈ? ਅਲੀਮਾ ਖਾਨ ਨੇ ਸੁਹੇਲ ਆਸ਼ਿਕ ਅਫਰੀਦੀ ਨੂੰ ਧਮਕੀ ਲਾ ਦਿੱਤੀ ਹੈ, ਉਹਨੂੰ ਜਿਹੜਾ ਸੀ ਨਾ ਵਾਰਨਿੰਗ ਦੇ ਦਿੱਤੀ ਹੈ ਕਿ ਜੇ ਤੂੰ ਹੁਣ ਇਸ ਮੰਗਲ ਨੂੰ 10,000 ਬੰਦਾ ਨਾ ਲੈ ਕੇ ਆਇਆ ਤੇ ਤੂੰ ਆਪਣੀ ਵਜ਼ਾਰਤ ਜਿਹੜੀ ਨਾ ਇਧਰੋਂ ਤੂੰ ਹੱਥ ਧੋਂਦਾ ਵੇਖੇਗਾ, ਤੇਰੀ ਇਹ ਵਜ਼ਾਰਤ ਖੋਹ ਲੈਣੀ ਹੈ। ਸਾ ਜਿਹੜੀ ਵਜ਼ੀਰ ਆਲਾ ਜਿਹੜਾ ਬਣਿਆ ਵਜ਼ਾਰਤ ਆਲਾ ਦਾ ਜਿਹੜਾ ਉਹਦਾ ਉਹ ਜੀ ਖਤਮ, ਖਲਾਸ, ਨਿਕਲ ਜਾਏਗਾ ਤੂੰ ਇਧਰੋਂ। ਸਮਝ ਆ ਰਹੀ? ਹੁਣ ਇੱਕ ਟਾਸਕ ਦੇ ਦਿੱਤਾ ਸੁਹੇਲ ਨੂੰ ਅਫਰੀਦੀ ਨੂੰ ਕਿ 10,000 ਬੰਦਾ ਲੈ ਕੇ ਆ। ਦੂਜੇ ਪਾਸੇ ਫਾਰਵਰਡ ਬਲਾਕ ਬਣ ਗਿਆ KPK ਦੇ ਵਿੱਚ। ਮੁਸ਼ਤਾਕ ਗਨੀ ਜਿਹੜਾ ਸਪੀਕਰ ਨਹੀਂ ਹੈਗਾ ਸੀ 2018 ਦੇ ਵਿੱਚ ਇਹਦਾ KPK ਦਾ, ਮੁਸ਼ਤਾਕ ਗਨੀ, ਉਹਦੀ ਕਿਆਦਤ ਦੇ ਵਿੱਚ ਜਿਹੜਾ ਸੀ ਨਾ ਤਕਰੀਬਨ 30-35 ਮੈਂਬਰਸ ਦਾ ਜਿਹੜਾ ਨਾ ਫਾਰਵਰਡ ਬਲਾਕ ਬਣ ਗਿਆ, ਜਿਹੜਾ ਕਿ ਸੁਹੇਲ ਅਫਰੀਦੀ ਦੇ ਖਿਲਾਫ ਹੈ। ਉਹ ਗਰੁੱਪ ਅਲੀ ਅਮੀਨ ਗੰਡਾਪੁਰ ਦੇ ਨਾਲ ਹੈਗਾ ਤੇ ਉਹ ਮੁਤਹਰਕ ਹੋ ਚੁੱਕਿਆ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਬਿੱਲ ਲੈ ਕੇ ਆਏ, ਬਜਟ ਲੈ ਕੇ ਆਏ, ਜੇ ਤੇ ਪਾਸ ਕਰਾ ਗਿਆ ਨਾ ਤੇ ਸਾਡਾ ਪਿਓ ਲੱਗੇ। ਸਮਝ ਆ ਰਹੀ ਹੈ? ਤੇ ਉਹਨਾਂ ਨੇ ਵੀ ਆਪਣਾ ਜਿਹੜਾ ਨਾ ਸਰ ਤੇ ਕਫਨ ਬੰਦ ਲਿਆ ਤੇ ਡੰਡਾ ਚੁੱਕ ਲਿਆ ਤੇ ਸੁਹੇਲ ਅਫਰੀਦੀ ਦੇ ਪਿੱਛੇ ਪੈ ਗਏ ਨੇ। ਤੇ ਜਿਹੜੇ KPK ਦੇ ਰਹਿਣ ਵਾਲੇ ਲੋਕ ਨੇ, ਜਿਹੜੇ ਆਪੋਜੀਸ਼ਨ ਵਾਲੇ ਨੇ ਤੇ ਜਿਹੜੇ ਇਹਨਾਂ ਦੇ ਪਾਰਟੀ ਦੇ, ਉਹ ਕਹਿੰਦੇ ਨੇ ਕਿ ਜੀ ਸਾਨੂੰ ਨਹੀਂ ਲੱਗ ਰਿਹਾ ਕਿ ਬਜਟ ਜਿਹੜਾ ਨਾ ਪਾਸ ਹੋਏਗਾ, ਕਿਉਂਕਿ ਇੱਥੇ ਤੇ ਹਾਲਾਤ ਬੜੇ ਖਰਾਬ।
ਇੱਥੇ ਇੰਨੀ ਫੁੱਟ ਪਈ ਹੋਈ ਹੈ, ਇੰਨੀ ਫੁੱਟ ਪਈ ਹੈ ਕਿ ਮੈਂ ਤੁਹਾਨੂੰ ਕੀ ਦੱਸਾਂ, ਇੰਨੀ ਫੁੱਟ ਪਈ ਹੋਈ ਹੈ ਜਨਾਬੇ ਅਲੀ, ਸਮਝ ਆ ਰਹੀ। ਤੇ ਲਿਹਾਜ਼ਾ ਸੁਹੇਲ ਆਸ਼ਿਕ ਅਫਰੀਦੀ ਦੇ ਮੁਕਾਬਲੇ ਦੇ ਵਿੱਚ ਅਲੀ ਅਮੀਨ ਗੰਡਾਪੁਰ ਫੇਰ ਆ ਗਿਆ। ਹੁਣ ਅਲੀ ਅਮੀਨ ਗੰਡਾਪੁਰ ਦੇ ਨਾਲ ਤੁਹਾਨੂੰ ਸ਼ੇਰ ਅਫਜ਼ਲ ਮਰਵਤ ਵੀ ਹੈਗਾ, ਤੇ ਉਹ ਜਿਹੜਾ ਨਾ ਤੁਹਾਨੂੰ ਪਤਾ ਸੁਹੇਲ ਆਸ਼ਿਕ ਅਫਰੀਦੀ ਦੇ ਖਿਲਾਫ ਜਿਹੜਾ ਨਾ ਆਇਨੀ ਅਦਾਲਤ ਦੇ ਵਿੱਚ ਆਪਣੀ ਪਟੀਸ਼ਨ ਲੈ ਕੇ ਜਾ ਚੁੱਕਿਆ, ਉੱਥੇ ਦਾਇਰ ਕਰ ਦਿੱਤੀ ਹੈ ਕਿ ਜੀ ਇਹਦੀ ਜਿਹੜੀ ਅਪੁਆਇੰਟਮੈਂਟ ਹੈਗੀ ਨਾ ਵਜ਼ੀਰ ਆਲਾ ਦੀ, ਉਹ ਜਿਹੜੀ ਹੈਗੀ ਨਾ ਉਹ ਇੱਕ ਮੁਜਰਿਮ ਨੇ ਕੀਤੀ ਹੋਈ ਹੈ। ਤੇ ਸਾਕਿਬ ਨਿਸਾਰ ਦੀ ਜਿਹੜੀ ਉਹ ਇੱਕ ਵਰਡਿਕ ਹੈਗੀ ਹੈ, ਜਿਹੜਾ ਉਹਦਾ ਫੈਸਲਾ ਉਹਦੇ ਮੁਤਾਬਿਕ ਕਿ ਕੋਈ ਮੁਜਰਿਮ ਜਿਹੜਾ ਨਾ ਕਿਸੇ ਨੂੰ ਅਪੁਆਇੰਟ ਨਹੀਂ ਕਰ ਸਕਦਾ, ਨਾ ਤੇ ਕੌਮੀ ਅਸੈਂਬਲੀ ਦਾ ਮੈਂਬਰ, ਨਾ ਸੂਬਾਈ ਅਸੈਂਬਲੀ ਦਾ ਮੈਂਬਰ, ਨਾ ਹੀ ਕਿਸੇ ਹੋਰ ਕਿਸਮ ਦਾ ਉਹਦਾ ਜਾਂ ਵਜ਼ੀਰ ਆਲਾ ਹੋ ਗਿਆ ਜਾਂ ਵਜ਼ੀਰਾ ਕਿਸੇ ਕਿਸਮ ਦਾ ਵੀ ਉਹ ਅਪੁਆਇੰਟਮੈਂਟ ਨਹੀਂ ਕਰ ਸਕਦਾ, ਕਿਉਂਕਿ ਉਹ ਮੁਜਰਿਮ ਹੈਗਾ। ਤੇ ਲਿਹਾਜ਼ਾ ਉਹ ਸਾਰੀ ਕਰਦਾ। ਤੇ ਉਹ ਉਸ ਟਾਈਮ ਉਹ ਕਾਨੂੰਨ ਬਣਿਆ ਸੀ ਨਵਾਜ਼ ਸ਼ਰੀਫ ਸਾਹਿਬ ਦੇ ਉੱਤੇ, ਠੀਕ ਹੈ। ਸਾਕਿਬ ਨਿਸਾਰ ਨੇ ਉਹ ਕਾਨੂੰਨ ਬਣਾਇਆ ਸੀ ਨਵਾਜ਼ ਸ਼ਰੀਫ ਸਾਹਿਬ ਦੇ ਉੱਤੇ, ਲੇਕਿਨ ਉਹ ਹੁਣ ਇੰਪਲੀਮੈਂਟ ਇਮਰਾਨ ਖਾਨ ਦੇ ਉੱਤੇ ਹੋ ਰਿਹਾ, ਉਹ ਆਟੋਮੈਟਿਕਲੀ ਹੋ ਰਿਹਾ। ਤੇ ਸ਼ੇਰ ਅਫਜ਼ਲ ਮਰਵਤ ਨੇ ਇਹੀ ਕੇਸ ਦਾਇਰ ਕੀਤਾ ਕਿ ਜਦੋਂ ਇੱਕ ਜਿਹੜੀ ਕਾਨੂੰਨ ਹੈ ਜੇ ਇੱਕ ਬੰਦੇ ਦੇ ਉੱਤੇ ਲਾਗੂ ਹੋ ਸਕਦਾ ਤੇ ਦੂਸਰੇ ਬੰਦੇ ਦੇ ਉੱਤੇ ਕਿਉਂ ਨਹੀਂ ਲਾਗੂ ਹੋ ਸਕਦਾ। ਤੇ ਲਿਹਾਜ਼ਾ ਉਹੀ ਕਾਨੂੰਨ ਜਿਹੜਾ ਨਵਾਜ਼ ਸ਼ਰੀਫ ਸਾਹਿਬ ਦੇ ਉੱਤੇ ਲਾਗੂ ਹੋਇਆ ਸੀ, ਉਸੇ ਕਾਨੂੰਨ ਨੂੰ ਹੁਣ ਇਹਦੇ ਉੱਤੇ ਵੀ ਲਾਗੂ ਕਰਕੇ ਤੇ ਇਹਦੀ ਵਜ਼ਾਰਤ ਆਲਾ ਜਿਹੜੀ ਨਾ ਉਹ ਜਿਹੜੀ ਨਾ ਉਹ ਕੈਂਸਲ ਕੀਤੀ ਜਾਏ ਤੇ ਇਹਨੂੰ ਸਸਪੈਂਡ ਕੀਤਾ ਜਾਏ ਤੇ ਦੁਬਾਰਾ ਇਲੈਕਸ਼ਨ ਕਰਾਏ ਜਾਣ ਤੇ ਫਿਰ ਉਹਦੇ ਚ ਡਿਸਾਈਡ ਕਰੋ ਕਿ ਕੌਣ ਵਜ਼ੀਰ ਆਲਾ ਦੁਬਾਰਾ ਬਣੇਗਾ। ਸਮਝ ਆ ਰਹੀ ਹੈ। ਤੇ ਇਹ ਭਾਜੀ ਖਿਚੜੀ ਪੱਕੀ ਹੈ, ਇਹਨਾਂ ਦੇ ਅੰਦਰ ਫੁੱਟ ਪਈ ਹੋਈ ਹੈ ਤੇ ਅੰਦਰ ਲੜਾਈਆਂ ਚੱਲ ਰਹੀਆਂ। ਅਲੀਮਾ ਖਾਨ ਦੀ ਕਹਿ ਰਹੀ ਹੈ ਸੁਹੇਲ ਆਸ਼ਿਕ ਅਫਰੀਦੀ ਨੂੰ ਕਿ ਬਈ ਤੂੰ 10,000 ਬੰਦਾ ਲੈ ਕੇ ਆ, ਉੱਥੋਂ ਫਾਰਵਰਡ ਬੁਲਾ ਕੇ ਕਹਿੰਦਾ ਕਿ ਜੀ ਅਸੀਂ ਸੁਹੇਲ ਅਫਰੀਦੀ ਨੂੰ ਬਜਟ ਪਾਸ ਨਹੀਂ ਹੋਣ ਦੇਣਾ। ਤੇ ਸੁਹੇਲ ਅਫਰੀਦੀ ਉਹ ਮੋਹਸਨ ਨਕਵੀ ਦੇ ਪੈਰਾਂ 'ਚ ਬੈਠਾ ਹੋਇਆ ਜਾ ਕੇ ਤੇ ਉਹਨਾਂ ਨੂੰ ਕਹਿ ਰਿਹਾ ਕਿ ਜੀ ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਨਾਲ ਹੈਗਾ, ਮੈਂ ਸਿਰਫ ਬਾਹਰ ਮੀਡੀਆ ਦੇ ਆ ਕੇ ਸਿਰਫ ਬੋਲਣਾ, ਅੰਦਰੋਂ ਅੰਦਰ ਤੇ ਮੈਂ ਤੁਹਾਡੇ ਨਾਲ, ਤੁਹਾਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਆ, ਮੈਂ ਫੌਜ ਦੇ ਨਾਲ ਆ, ਮੈਂ ਹਕੂਮਤ ਦੇ ਨਾਲ, ਮੈਂ ਤਾਂ ਸਭ ਮੈਂ ਤੁਹਾਡੀ ਸਾਰੀਆਂ ਗੱਲਾਂ ਮੰਨਣਾ। ਹਾਂ, ਸੁਹੇਲ ਅਫਰੀਦੀ ਦਾ ਇੱਕ ਹੋਰ ਵੀਡੀਓ ਬੜਾ ਵਾਇਰਲ ਹੋ ਰਿਹਾ ਹੈ ਜਿਹਦੇ ਵਿੱਚ ਉਹ ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਕਹਿ ਰਿਹਾ ਹੈ, ਮੁਖਾਤਬ ਹੋ ਕੇ ਕਹਿ ਰਿਹਾ ਕਿ ਜੀ ਮੈਂ ਤੁਹਾਡੇ ਨਾਲ ਮੁਲਾਕਾਤ ਕੀਤੀ, ਤੁਸੀਂ ਸਾਰੇ ਵਜ਼ੀਰ ਆਲਾ ਨਾਲ ਅਲਰਗੀ 'ਚ ਮੁਲਾਕਾਤ ਕੀਤੀ, ਮੇਰੇ ਨਾਲ ਵੀ ਮੁਲਾਕਾਤ ਕੀਤੀ, ਤੇ ਉਸ ਮੁਲਾਕਾਤ ਦੇ ਵਿੱਚ ਮੈਂ ਲੱਤ ਦੇ ਉੱਤੇ ਲੱਤ ਰੱਖ ਕੇ ਬੈਠਾ ਹੋਇਆ ਸੀ, ਠੀਕ ਹੈ। ਤੇ ਤੁਸੀਂ ਉਹ ਤਸਵੀਰ ਵੀ ਬਣ ਗਈ, ਵੀਡੀਓ ਵੀ ਬਣ ਗਈ, ਲੇਕਿਨ ਦੁਬਾਰਾ ਤੁਸੀਂ ਉਸ ਵਜ਼ੀਰ ਉਹਨੂੰ ਫੋਟੋਗ੍ਰਾਫਰ ਨੂੰ ਬੁਲਾ ਕੇ ਤੇ ਦੁਬਾਰਾ ਉਹ ਬਣਾਈ, ਆਪਣੀ ਵੀਡੀਓ ਵੀ ਬਣਾਈ ਤੇ ਤਸਵੀਰ ਵੀ ਬਣਾਈ ਜਿਹਦੇ ਤੁਸੀਂ ਲੱਤ ਦੇ ਉੱਤੇ ਲੱਤ ਰੱਖ ਕੇ ਬੈਠੇ ਹੋਏ ਹੋ, ਠੀਕ ਹੈ। ਤੇ ਆਪਣਾ ਤੁਸੀਂ ਇਹ ਦੱਸਿਆ ਕਿ ਜੀ ਤੁਸੀਂ ਚੌਧਰੀ ਹੋ ਤੇ ਮੈਂ ਤੁਹਾਡਾ ਕਾਮਾ, ਲੇਕਿਨ ਪਹਿਲੀ ਵੀਡੀਓ ਦੇ ਵਿੱਚ ਮੈਂ ਚੌਧਰੀ ਸੀ ਤੇ ਮੈਂ ਤੁਹਾਨੂੰ ਕਾਮਾ ਬਣਾਇਆ ਹੋਇਆ ਸੀ। ਇਹ ਕਹਿਣਾ ਚਾਹ ਰਿਹਾ ਅਸਲ ਵਿੱਚ ਸੁਹੇਲ ਅਫਰੀਦੀ। ਤੁਸੀਂ ਇਹ ਹਿਸਾਬ ਲਾ ਲਓ ਕਿ ਇਹਨਾਂ ਦੀ ਜ਼ਿਹਨੀਅਤ ਕੀ ਹੈਗੀ ਹੈ, ਠੀਕ ਹੈ। ਉਹੀ ਨਾ ਇਮਰਾਨ ਖਾਨ ਦੀ ਜਿਹੜੀ ਕਿ ਗਰਦਨ ਦੇ ਵਿੱਚ ਸਰੀਆ ਹੈਗਾ, ਤਕੱਬਰ ਤੇ ਘਮੰਡ, ਤੇ ਉਹੀ ਚੀਜ਼ ਇਹ ਦੱਸ ਰਿਹਾ ਕਿ ਸਾਨੂੰ ਤਰਬੀਅਤ ਇਸ ਚੀਜ਼ ਦੀ ਦਿੱਤੀ ਹੈ ਬਈ ਇੱਕ ਮੈਨਰ ਤੋਂ ਸਫਾਰਤੀ ਆਦਾਬ ਹੁੰਦੇ ਨੇ ਕਿ ਤੁਸੀਂ ਜੇ ਕਿਸੇ ਸਰਬਰਾਹ ਦੇ ਨਾਲ ਬੈਠੇ ਤਾਂ ਕਿਸ ਤਰ੍ਹਾਂ ਬੈਠਣਾ, ਤਹਿਜ਼ੀਬ ਦੇ ਨਾਲ ਬੈਠਣਾ ਹੁੰਦਾ, ਲੱਤ ਰੱਖ ਕੇ ਨਹੀਂ ਬੈਠਣਾ। ਇਹ ਜਦੋਂ ਇਮਰਾਨ ਖਾਨ ਗਿਆ ਸੀ ਰਸ਼ੀਆ, ਲੱਤ ਤੇ ਲੱਤ ਰੱਖ ਕੇ ਬੈਠਾ ਤੇ ਪਿਊਟਨ ਦੋਵੇਂ ਲੱਤਾਂ ਥੱਲੇ ਰੱਖ ਕੇ ਬੈਠਾ ਸੀ ਤੇ ਉਹ ਪਿਊਟਨ ਨੇ ਇੰਨਾ ਬੁਰਾ ਮਨਾਇਆ, ਉਹਨੇ ਕਿਹਾ ਕਿਸ ਬੰਦੇ ਨੂੰ ਤੁਸੀਂ ਵਜ਼ੀਰ ਆਜ਼ਮ ਬਣਾ ਦਿੱਤਾ ਤੇ ਕਿਸ ਬੰਦੇ ਨੂੰ ਮੇਰੇ ਕੋਲ ਭੇਜ ਦਿੱਤਾ ਹੈ। ਕਹਿੰਦਾ ਉਹਦੇ ਤੇ ਗਰਦਨ ਦੇ ਵਿੱਚ ਸੜੀਆ, ਕਹਿੰਦਾ ਮੈਂ ਤੇ ਇਹਨੂੰ ਦੁਬਾਰਾ ਕਦੀ ਮਿਲਣਾ ਵੀ ਨਹੀਂ, ਇਹਦੀ ਸ਼ਕਲ ਵੀ ਨਹੀਂ ਦੇਖਣੀ ਮੈਂ, ਤੇ ਖਬਰਦਾਰ ਇਹਨੂੰ ਦੁਬਾਰਾ ਮੇਰੇ ਕੋਲ ਭੇਜਿਆ ਤੇ ਦੇਖ ਲਓ ਜਿਹੋ ਜਿਹਾ ਲੀਡਰ ਉਹੋ ਜਿਹੇ ਬੰਦੇ। ਤੇ ਬਸ ਇਹ ਇਹਨਾਂ ਦੇ ਕੰਮ ਚੱਲ ਰਿਹਾ। ਤੇ ਸੁਹੇਲ ਅਫਰੀਦੀ ਜਿਹੜਾ ਇਸ ਟਾਈਮ ਮੁਸ਼ਕਿਲ ਦੇ ਵਿੱਚ ਹੈਗਾ ਤੇ ਉੱਥੇ ਜਾਂਦਾ ਮੋਹਸਨ ਨਕਵੀ ਨੂੰ ਮੁਲਾਕਾਤ ਕਰਦਾ ਤੇ ਆ ਕੇ ਸਾਰੀ ਕਹਾਣੀ ਦੱਸ ਦਿੰਦਾ ਅਲੀਮਾ ਖਾਨ ਨੂੰ। ਅਲੀਮਾ ਖਾਨ ਆ ਕੇ ਮੀਡੀਆ ਦੇ ਅੱਗੇ ਢੰਡਾ ਢੂਣਾ ਰੋਲ ਲੋ ਜੀ, ਦੇਖੋ ਮੋਹਸਨ ਨਕਵੀ ਦੇ ਨਾਲ ਮੁਲਾਕਾਤ ਕੀਤੀ ਸੁਹੇਲ ਅਫਰੀਦੀ ਨੇ ਤੇ ਉਹਨੇ ਕਿਹਾ ਜੀ ਮੇਰੀ ਮੁਲਾਕਾਤ ਕਰਾ ਦਿਓ, ਰਿਹਾ ਕਰਾ ਦਿਓ। ਤੇ ਜਦੋਂ ਮੀਡੀਆ ਵਾਲੇ ਸਵਾਲ ਪੁੱਛਦੇ ਨੇ ਕਿ ਬਈ ਇਹ ਕਿਉਂ ਮੁਲਾਕਾਤ ਕੀਤੀ, ਕਿਸ ਹਵਾਲੇ ਨਾਲ ਮੁਲਾਕਾਤ ਕੀਤੀ, ਤੁਸੀਂ ਤੇ ਹੁਕੂਮਤ ਦੇ ਖਿਲਾਫ ਹੋਵੇ, ਤੁਸੀਂ ਕਿਉਂ ਮੁਲਾਕਾਤਾਂ ਕਰਦੇ ਹੋ, ਤੁਸੀਂ ਇਤਜਾਜ ਕਰੋ, ਤੁਸੀਂ ਮੁਲਾਕਾਤ ਕਿਉਂ ਕਰਦੇ ਹੋ। ਤੇ ਉੱਥੇ ਫਿਰ ਮੋਹਸਨ ਨਕਵੀ ਸਾਹਿਬ ਜਿਹੜੇ ਨੇ ਨਾ ਉਹਨਾਂ ਨੇ ਵੀ ਬੜੇ ਗੁੱਸੇ ਦਾ ਇਜ਼ਹਾਰ ਕੀਤਾ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਸਾਡੇ ਕੋਲ ਆਉਂਦੇ ਨੇ, ਮੁਲਾਕਾਤ ਕਰਦੇ ਨੇ ਤੇ ਬਾਹਰ ਜਾ ਕੇ ਖਾਪਾਣਾ ਸ਼ੁਰੂ ਕਰਦੇ ਨੇ। ਤੇ ਹੁਣ ਸੁਹੇਲ ਅਫਰੀਦੀ ਦਾ ਉੱਥੇ ਵੀ ਜਿਹੜਾ ਨਾ ਦਰਵਾਜ਼ਾ ਬੰਦ ਹੋ ਗਿਆ। ਉਹਨੇ ਕਿਹਾ ਹੁਣ ਖਬਰਦਾਰ ਇੱਥੇ ਨਾ, ਕਿਉਂਕਿ ਤੂੰ ਇੱਥੇ ਮੁਲਾਕਾਤ ਕਰਨਾ ਤੂੰ ਜਾ ਕੇ ਅਲੀਮਾ ਨੂੰ ਦੱਸ ਦੇ, ਅਲੀਮਾ ਜਾ ਕੇ ਮੀਡੀਆ ਦੇ ਅੱਗੇ ਜਾ ਕੇ ਜਿਹੜਾ ਢੰਡੋਰਾ ਪੇਟ ਦਿੰਦੀ। ਉਹ ਭਾਈ ਇਹ ਆਪ ਹੀ ਨਹੀਂ ਚਾਹੁੰਦੇ ਕਿ ਇਮਰਾਨ ਖਾਨ ਆਜ਼ਾਦ ਹੋਏ, ਇਹ ਸਾਰੇ ਆਪ ਨਹੀਂ ਚਾਹੁੰਦੇ। ਅਲੀਮਾ ਖਾਨ, ਉਜ਼ਮਾ ਖਾਨ, ਨੂਰੀਨ ਖਾਨ, ਇਹਦੀਆਂ ਭੈਣਾਂ ਤੇ ਜਿਹੜੇ ਬੜੇ ਨੇ ਕੌਮੀ ਅਸੈਂਬਲੀ ਦੇ ਤੇ ਸੂਬਾਈ ਅਸੈਂਬਲੀ ਦੇ ਤੇ ਸੈਨੇਟ ਦੇ ਮੈਂਬਰ, ਇਹ ਨਹੀਂ ਚਾਹੁੰਦੇ ਇਮਰਾਨ ਖਾਨ ਬਾਹਰ ਆਏ, ਕਿਉਂਕਿ ਉਹਨਾਂ ਨੂੰ ਪਤਾ ਜੇ ਇਮਰਾਨ ਖਾਨ ਬਾਹਰ ਆਏ ਸਾਡੀ ਦੁਕਾਨ ਬੰਦ, ਸਾਨੂੰ ਫਿਰ ਕਿੰਨੇ ਸੁਣਨਾ। ਅੱਜ ਜੇ ਸਾਨੂੰ ਕੋਈ ਸੁਣ ਰਿਹਾ ਰੀਜ਼ਨ ਆਈ ਹੈ ਕਿ ਇਮਰਾਨ ਖਾਨ ਅੰਦਰ ਹੈ, ਐਸੇ ਕੋਲੋਂ ਲੋਕੀ ਸਾਨੂੰ ਸੁਣ ਰਹੇ ਨੇ, ਤੇ ਲਿਹਾਜ਼ਾ ਇਹ ਨਹੀਂ ਚਾਹੁੰਦੇ ਕਿ ਇਮਰਾਨ ਖਾਨ ਬਾਹਰ ਆਏ।
ਸਮਝ ਆ ਰਹੀ ਹੈ? ਤੁਸੀਂ ਦੇਖੋ ਜਦੋਂ ਇਮਰਾਨ ਖਾਨ ਬਾਹਰ ਸੀ ਇਹਨਾਂ ਦੀ ਕੋਈ ਔਕਾਤ ਸੀ? ਅਲੀਮਾ ਨੂੰ ਕੌਣ ਸੁਣਦਾ ਸੀ? ਉਸਮਾਨ ਨੂਰੀਨ ਨੂੰ ਕੌਣ ਸੁਣਦਾ ਸੀ? ਸੁਹੇਲ ਅਫਰੀਦੀ ਵਗੈਰਾ ਗੌਰ ਖਾਨ ਨੂੰ ਕੌਣ ਸੁਣਦਾ ਸੀ? ਜਾਣਦਾ ਤੱਕ ਨਹੀਂ ਸੀ। ਸਭ ਇਮਰਾਨ ਖਾਨ ਨੂੰ ਹੀ ਸੁਣਦੇ ਸਨ। ਤੇ ਲਿਹਾਜ਼ਾ ਪੀਟੀਆਈ ਦਾ ਨਾਮ ਇਮਰਾਨ ਖਾਨ ਹੈ ਤੇ ਇਮਰਾਨ ਖਾਨ ਦਾ ਨਾਮ ਪੀਟੀਆਈ ਹੈ। ਇਹ ਗੱਲ ਨੂੰ ਯਾਦ ਰੱਖੋ ਤੇ ਜ਼ਿਹਨ 'ਚ ਰੱਖ ਲਓ। ਸਮਝ ਆ ਰਹੀ? ਤੇ ਸੁਹੇਲ ਅਫਰੀਦੀ ਇਸ ਟਾਈਮ ਮੁਸ਼ਕਿਲ ਦਾ ਹੀ ਹੈਗਾ। ਬਜਟ ਪਾਸ ਹੁੰਦਾ ਨਹੀਂ ਹੁੰਦਾ, ਇਹ ਹੁਣ ਆਉਣ ਵਾਲੇ ਜਿਹੜੇ ਨੇ ਵਕਤ ਦੱਸਣਗੇ। ਤੇ ਮੈਂ ਜਿੱਥੋਂ ਤੱਕ ਦੇਖ ਰਿਹਾ ਤੇ ਸੁਹੇਲ ਅਫਰੀਦੀ ਮੈਨੂੰ ਜਿਹੜਾ ਨਾ ਉਹ ਜਾਂਦਾ ਹੋਇਆ ਨਜ਼ਰ ਆ ਰਿਹਾ। ਤੇ ਮੇਰੇ ਕੋਲ ਜੋ ਮਾਲੂਮਾਤ ਸਨ, ਜੋ ਖਬਰ ਸੀ, ਉਹ ਮੈਂ ਤੁਹਾਡੇ ਗੋਸ਼ਗੁਜ਼ਾਰ ਕਰ ਦਿੱਤੀ ਹੈ। ਬਸ ਤੁਹਾਡੇ ਕੋਲ ਇੱਕੋ ਹੀ ਗੁਜ਼ਾਰਿਸ਼ ਹੈ ਕਿ ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ, ਲੇਕਿਨ ਤਹਿਜ਼ੀਬ ਦੇ ਦਾਇਰੇ ਨਾਲ। ਠੀਕ ਹੈ? ਤਹਿਜ਼ੀਬ ਦੇ ਦਾਇਰੇ ਨਾਲ ਰਹਿ ਕੇ ਜੋ ਮਰਜ਼ੀ ਕਰੋ, ਗਾਲ ਮੰਦਾ ਨਹੀਂ ਕੱਢ ਰਹੀ। ਠੀਕ ਹੈ? ਤਹਿਜ਼ੀਬ ਦੇ ਨਾਲ ਕਰੋ ਤੇ ਮੈਂ ਤੁਹਾਡੀ ਜਿਹੜੇ ਖਿਆਲਾਤ ਨੇ ਉਹਦੀ ਕਦਰ ਕਰਾਂਗਾ। ਆਪਣਾ ਵੀਲੌਗ ਇਸ ਨਾਰੇ ਦੇ ਨਾਲ ਖਤਮ ਕਰਨਾ। ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ।